कई चीज़ां साइलेंट ਹੁੰਦੀਆਂ ਨੇ ਉੱਚੀ ਤੇ ਨਹੀਂ ਬੋਲਦਾ ਠੋਕੋ ਤਾਲੀ ਮਗਰ ਉਸ ਤੋਂ ਪਹਿਲਾਂ ਅੰਦਰੋਂ ਕੀ ਬੋਲਦਾ ਇਹ ਨਹੀਂ ਤੁਸੀਂ ਸੁਣਦੇ ਧਿਆਨ ਨਾਲ ਕੰਨ ਲਾ ਕੇ ਸੁਣਿਆ ਕਰੋ ਕਹਿੰਦਾ ਅਕਲੋਂ ਖਾਲੀ ਮਗਰ ਠੋਕੋ ਤਾਲੀ ਇਹ ਤੂੰ ਨਹੀਂ ਬੋਲਦੀ ਤੇਰੇ 'ਚ ਜਨਰਲ ਬਾਜਵਾ ਬੋਲਦਾ ਔਰ ਉਹ ਵੀ 15 ਅਗਸਤ ਤੋਂ ਪਹਿਲਾਂ ਇਹ ਤਾਂ ਮਤਲਬ ਐਨ ਸ਼ੀਸ਼ੇ ਵਾਂਗੂ ਸਾਫ਼ ਅੱਜ ਹੋ ਗਿਆ ਇਹ ਠੋਕੋ ਤਾਲੀ ਨੂੰ ਤਾਂ ਨਹੀਂ ਮੈਂ ਸਵਾਲ ਕਰਦਾ ਇਹਦਾ ਤਾਂ ਕੋਈ ਦੀਨ ਮਜ਼ਹਬ ਹੈ ਹੀ ਨਹੀਂ ਮਗਰ ਮੇਰਾ ਇਹ ਸਵਾਲ ਠੋਕੋ ਤਾਲੀ ਨੂੰ ਹੈ ਯਾਰ ਤੂੰ ਕਿਸ ਕਿਸਮ ਦਾ ਬੰਦਾ ਹੈ ਬੰਦਿਆਂ ਚੋਂ ਤਾਂ ਬੰਦਾ ਹੈ ਹੀ ਨਹੀਂ ਬੰਦਾ ਕਹਿਣਾ ਵੀ ਮੈਂ ਸਮਝਦਾ ਤੈਨੂੰ ਪਾਪ ਹੀ ਹੋਣਾ ਕਿਉਂਕਿ ਦੇਖਿਆ ਹੀ ਹੈ ਕਦੇ ਮੋਦੀ ਬਾਰੇ ਮੋਦੀ ਸਾਹਿਬ ਬਾਰੇ ਕੀ ਕੁਝ ਕਹਿ ਦੇਣਾ ਕਦੇ ਸੋਨੀਆ ਗਾਂਧੀ ਬਾਰੇ ਕੀ ਕੁਝ ਕਹਿ ਦੇਣਾ ਮੈਨੂੰ ਕੀ ਲੋੜ ਹੈ ਦੱਸਣ ਨੂੰ ਤੁਹਾਨੂੰ ਕਿ ਕਿਵੇਂ ਕਹਿੰਦਾ ਸੀ ਮੁੰਨੀ ਨਾਲੋਂ ਵੱਧ ਬਦਨਾਮ ਹੈ ਸ਼ੀਲਾ ਨਾਲੋਂ ਵੱਧ ਨਿਲਾਮ ਹੈ ਮੈਂ ਨਹੀਂ ਇਹ ਗੱਲਾਂ ਤੇ ਸਹਿਮਤ ਮੈਂ ਗੱਲਾਂ ਨੂੰ ਚੰਗੀਆਂ ਨਹੀਂ ਸਮਝਦਾ ਕੀ ਸੋਚ ਰੱਖਦੇ ਆ ਕੀ ਇਹਨਾਂ ਦੀ ਮਤਲਬ ਮੈਨੂੰ ਸ਼ਰਮ ਆਉਂਦੀ ਆ ਪੜ੍ਹਦਿਆਂ ਵੀ ਆਈ ਐਮ ਨਾਟ ਗੋਇੰਗ ਟੂ ਰੀਡ ਦਿਸ ਦੇਖੋ ਮੈਂ ਸਮਝਦਾ ਇਹ ਤੋਂ ਘਟੀਆ ਸੋਚ ਸ਼ਾਇਦ ਸਾਡੀ ਧੀਆਂ ਭੈਣਾਂ ਪ੍ਰਤੀ ਕਿਸੇ ਕੋਲੋਂ ਦੇਖੀ ਸੁਣੀ ਨਹੀਂ ਜਾ ਸਕਦੀ ਤੁਸੀਂ ਪੜ੍ਹੀ ਨਹੀਂ ਹੋਣੀ ਇਸ ਲਈ ਜਿਹਨੇ ਪੜ੍ਹਨੀ ਹੈ ਆਪ ਇੱਥੇ ਮੈਂ ਕਾਪੀ ਵੰਡ ਦੂੰ ਜੀ ਆਈ ਕੈਨ ਨਾਟ ਰੀਡ ਥੀਸ ਡੈਰੋਗੇਟਰੀ ਲਵਸ ਅੱਜ ਬੜੇ ਹੀ ਸੰਵੇਦਨਸ਼ੀਲ ਮੁੱਦੇ ਕਰਕੇ ਤੁਹਾਨੂੰ ਯਾਦ ਕੀਤਾ ਔਰ ਇਹ ਗੱਲ ਪਿਛਲੇ ਹਫ਼ਤੇ ਤੋਂ ਹੀ ਚੱਲਦੀ ਆ ਰਹੀ ਔਰ ਜਦ ਮੈਂ ਇਸਰੋ ਦੀ ਕਾਨਫਰੰਸ 'ਚ ਗਿਆ ਸਾਂ ਉਦੋਂ ਵੀ ਮੈਂ ਇਹਦਾ ਜ਼ਿਕਰ ਕੀਤਾ ਸੀ ਤੇ ਉਦੋਂ ਅਗਲੇ ਦਿਨ ਵੀ ਮੈਂ ਜਾ ਕੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਅੱਜ ਮੇਰਾ ਸਿੱਧਾ ਤੇ ਸਿੱਧਾ ਸਵਾਲ ਠੋਕੋ ਤਾਲੀ ਨੂੰ ਨਹੀਂ ਹੈ ਕਾਂਗਰਸ ਪਾਰਟੀ ਨੂੰ ਨਹੀਂ ਹੈ ਮੇਰਾ ਸਵਾਲ ਸਿੱਧੇ ਤੇ ਸਿੱਧੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਹੈ ਕਿਉਂਕਿ ਸਾਨੂੰ ਸਭ ਨੂੰ ਪਤਾ ਹੈ ਕਿ ਇਸ ਇਨਸਾਨ ਦੀ ਜਿਹੜੀ PPCC ਦੀ ਪੋਸਟ ਤੇ ਇਹਨਾਂ ਦੀ ਪ੍ਰਧਾਨਗੀ ਦੇ ਜਿਹੜੇ ਆਰਡਰ ਹੋਏ ਆ ਉਹ ਪਰਸਨਲੀ ਗਾਂਧੀ ਪਰਿਵਾਰ ਨੇ ਕੀਤੇ ਇਸ ਲਈ ਮੇਰਾ ਗਾਂਧੀ ਪਰਿਵਾਰ ਨੂੰ ਪਹਿਲਾ ਸਵਾਲ ਤਾਂ ਇਹ ਹੈ ਕਿ ਜੋ ਟਿੱਪਣੀਆਂ PPCC ਦੇ ਦਫ਼ਤਰ ਚੋਂ ਨਿਕਲ ਕੇ ਆ ਰਹੀਆਂ ਨੇ ਉਹ ਟਿੱਪਣੀਆਂ ਕਾਂਗਰਸ ਪਾਰਟੀਆਂ ਦੀਆਂ ਨੇ ਤੇ ਕੀ ਇਹਨਾਂ ਨੇ ਫੈਸਲਾ ਕਰ ਲਿਆ ਕਿ ਜਿਹੜੇ ਲੋਕਾਂ ਨੇ ਜਿਹੜੇ ਮਹਾਂਪੁਰਸ਼ਾਂ ਨੇ ਜਿਹੜੇ ਮਹਾਨ ਲੋਕਾਂ ਨੇ ਸਾਡੇ ਫੌਜੀ ਵੀਰਾਂ ਨੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਨੇ ਰਾਜਗੁਰੂ ਸੁਖਦੇਵ ਜੀ ਨੇ ਸ਼ਹੀਦ ਊਧਮ ਸਿੰਘ ਜੀ ਨੇ ਹਜ਼ਾਰਾਂ ਲੋਕ ਅੱਜ ਤੱਕ ਬਾਰਡਰਾਂ ਤੇ ਤੈਨਾਤ ਹੋ ਕੇ ਪਾਕਿਸਤਾਨ ਦੇ ਖਿਲਾਫ ਇਹ ਦੇਸ਼ 'ਚ ਅਮਨ ਸ਼ਾਂਤੀ ਕਾਨੂੰਨ ਬਹਾਲ ਰਵੇ ਉਹਦੀ ਲੜਾਈ ਲੜ ਰਹੇ ਆ ਉਹਨਾਂ ਦੇ ਪਰਿਵਾਰਾਂ ਦੇ ਉਹਨਾਂ ਦੀ ਸ਼ਹਾਦਤ ਦੇ ਵਿਰੁੱਧ ਜਾ ਕੇ ਇੱਕ ਦਿਨ ਪਹਿਲਾਂ 13 ਅਗਸਤ ਰਾਤ ਨੂੰ ਇਹ ਟਵੀਟ ਪਾਈ ਜਾਂਦੀ ਹੈ ਕਸ਼ਮੀਰ ਨੂੰ ਲੈ ਕੇ ਔਰ ਸਾਨੂੰ ਸਭ ਨੂੰ ਪਤਾ ਹੈ ਕਿ 15 ਅਗਸਤ 14 ਪਾਕਿਸਤਾਨ ਆਪਦਾ ਆਜ਼ਾਦੀ ਦਾ ਦਿਵਸ ਮਨਾਉਂਦਾ ਤੇ 15 ਅਗਸਤ ਅਸੀਂ ਸਾਰੀ ਬੜੇ ਸਤਿਕਾਰ ਨਾਲ ਤਿਰੰਗੇ ਨੂੰ ਸਲਾਮ ਕਰਦੇ ਹਾਂ ਉਹਨਾਂ ਸ਼ਹਾਦਤਾਂ ਨੂੰ ਸਲਾਮ ਕਰਦੇ ਹਾਂ ਤੇ ਲੋਕਤੰਤਰ ਨੂੰ ਸਲਾਮ ਕਰਦੇ ਹਾਂ ਔਰ ਉਹਨਾਂ ਮਹਾਨ ਕੁਰਬਾਨੀਆਂ ਤੇ ਸਿਜਦਾ ਕਰਦੇ ਆ ਜਿਨ੍ਹਾਂ ਕਰਕੇ ਅੱਜ ਲੋਕਤੰਤਰ ਦੀ ਬਹਾਲੀ ਸਾਡੇ ਦੇਸ਼ 'ਚ ਹੋਈ ਆ ਉਸ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਹੱਕ 'ਚ ਟਵੀਟ ਹੈ ਮੈਂ ਸਮਝਦਾ ਇਹ ਕਿਉਂਕਿ ਪਾਕਿਸਤਾਨ ਬਾਰ-ਬਾਰ ਕਹਿੰਦਾ ਜਨਰਲ ਬਾਜਵਾ ਬਾਰ-ਬਾਰ ਕਹਿੰਦਾ ਕਿ ਕਸ਼ਮੀਰ ਤੇ ਹੱਕ ਕਿਹਦਾ ਪਾਕਿਸਤਾਨ ਦਾ ਔਰ ਇਹ ਟਵੀਟ ਕੀ ਕਹਿੰਦੀ ਸੀ ਉਦਣ ਕਸ਼ਮੀਰੀ ਲੋਕਾਂ ਦਾ ਦੇਸ਼ ਹੈ ਮਤਲਬ ਵੱਖਰਾ ਦੇਸ਼ ਹੀ ਕਰਤਾ ਫਿਰ ਮੈਨੂੰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਇਹ ਸਵਾਲ ਹੈ ਫਿਰ ਵਾਟ ਆਰ ਦਾ ਆਰਮਡ ਫੋਰਸਿਸ ਉੱਥੇ ਕੀ ਕਰ ਰਹੀਆਂ ਨੇ ਰੋਜ਼ ਕੋਈ ਨਾ ਕੋਈ ਕੁਰਬਾਨੀ ਦੇ ਰਿਹਾ ਤੇ ਉਹਨਾਂ ਦੀ ਕੁਰਬਾਨੀ ਨੂੰ ਇਸ ਤਰ੍ਹਾਂ ਤੁਸੀਂ ਅਪਮਾਨਿਤ ਕਰਨ ਦਾ ਕੰਮ ਸ਼ੁਰੂ ਕੀਤਾ ਕਿਉਂਕਿ ਇਹ ਅਪਾਇੰਟਮੈਂਟ ਤੁਹਾਡੀ ਆ ਇਹ ਅਪਾਇੰਟਮੈਂਟ ਕਿਸੇ ਹੋਰ ਦੀ ਨਹੀਂ ਇਹ ਅਪਾਇੰਟਮੈਂਟ
ਪ੍ਰਿਯੰਕਾ ਗਾਂਧੀ ਰਾਹੁਲ ਗਾਂਧੀ ਦੀ ਔਰ ਅਗਲੀ ਵਾਰੀ 'ਚ ਕੀ ਕਹਿ ਰਹੇ ਆ 1947 ਵਿੱਚ ਇੰਡੀਆ ਨੂੰ ਛੱਡਣ ਮੌਕੇ ਤੈਅ ਹੋਏ ਅਸੂਲਾਂ ਤੇ UNO ਦੇ ਫੈਸਲਿਆਂ ਤੇ ਭਾਰਤ ਨਾਲ ਕਸ਼ਮੀਰ ਦੇ ਇਲਹਾਕ ਦੇ ਫੈਸਲਿਆਂ ਦੀ ਉਲੰਘਣਾ ਕਰਕੇ ਕਸ਼ਮੀਰੀ ਦੇਸ਼ ਦੇ 2 ਟੋਟੇ ਕੀਤੇ ਗਏ। ਮਤਲਬ ਕਿ ਤੁਸੀਂ ਜਿਹੜਾ ਨਕਸ਼ਾ ਹੈ, ਤੁਸੀਂ ਸਾਡਾ ਨਕਸ਼ਾ ਜਿਹੜਾ ਆਪਾਂ ਬਣਾਉਂਦੇ ਆ ਉਹਦਾ ਵੀ ਅਪਮਾਨ ਹੈ। ਅਸੀਂ ਤਾਂ ਕਹਿੰਦੇ ਆ ਉਹ ਕਸ਼ਮੀਰ ਵੀ ਸਾਡਾ ਔਰ ਨਕਸ਼ਾ ਉਹਦਾ ਜਿਹੜਾ ਸਾਡੇ ਦੇਸ਼ ਦਾ ਨਕਸ਼ਾ ਉਹਦੇ 'ਚ ਬਾਰ-ਬਾਰ ਜੇ ਕੋਈ ਉਸ ਨਕਸ਼ੇ ਨਾਲ ਛੇੜਛਾੜ ਕਰੇ ਤੇ ਉਹਦੇ ਖਿਲਾਫ ਕਾਰਵਾਈ ਹੁੰਦੀ ਆ। ਤੇ ਤੁਹਾਡੇ PPCC ਦੇ ਦਫ਼ਤਰ 'ਚੋਂ ਨਿਕਲ ਕੇ ਆ ਰਿਹਾ ਕਿ ਕਸ਼ਮੀਰੀ ਦੇਸ਼ ਦੇ 2 ਟੋਟੇ ਕਰਕੇ ਉਸ ਉੱਪਰ ਪਾਕਿਸਤਾਨ ਤੇ ਭਾਰਤ ਨੇ ਕਬਜ਼ਾ ਕੀਤਾ ਹੋਇਆ। ਔਰ ਆਈ ਥਿੰਕ ਇੱਕ ਇਲਹਾਕ ਜਿਹੜਾ ਲਫ਼ਜ਼ ਵਰਤਿਆ, ਤੁਸੀਂ ਇਲਹਾਕ ਦਾ ਮਤਲਬ ਕੱਢ ਲਿਓ, ਇਹਨੂੰ ਐਨੈਕਸੇਸ਼ਨ ਕਹਿੰਦੇ ਆ। ਇਹਨੂੰ ਕਹਿੰਦੇ ਆ ਕਿ दूसरा देश को अपने देश पे बलपूर्वक मिलाने की गतिविधि, मतलब कि किसी ਨੂੰ ਧੱਕੇ ਨਾਲ थ्रू फोर्स ਜਿਹੜਾ ਕਸ਼ਮੀਰ ਆ ਉਹ ਸਾਡਾ ਹਿੱਸਾ ਧੱਕੇ ਨਾਲ ਬਣਾਇਆ, मतलब ਬਾਈ ਯੂਜ਼ ਆਫ ਫੋਰਸ। ਇਹ ਭਾਸ਼ਾ ਕਿਹਦੀ ਆ? ਕੀ ਇਹ ਭਾਸ਼ਾ ਇਸ ਜੱਫੀ ਦੀ ਬਦੌਲਤ ਨਿਕਲ ਰਹੀ ਆ? ਇਹ ਤੂੰ ਨਹੀਂ ਬੋਲਦੀ, तेरे च जनरल बाजवा बोलता, और वो भी 15 अगस्त तो पहला ये जफियां करके तुसी अज वाई वॉज 13 अगस्त चोजन, क्योंकि 14 नूं यही गल्लां पाकिस्तान दे हर लीडर ने यह गल्लां कीतियां, और तुसी एक रात पहला ओदियां जो भावना ने इत्थे थोड़े PPCC के दफ्तर ने वो गल्लां शुरू करतियां। तुसी किहदे हत्थां ते खेड रहे हो? तुसी किहदियां कुर्बानियां नूं अपमानित कर रहे हो, और तुसी किहनूं खुश करन दी कोशिश कर रहे हो? ये तो मतलब ऐन शीशे वांगू साफ अज हो गया। ये ठोको ताली नूं तां नहीं मैं सवाल करदा, इहदा तां कोई दीन मजहब है ही नहीं, मगर मैं उन्होंने जरूर करता जिन्होंने इन्हों लाया कि थोड़ा देश च फिर चेहरा नंगा होवे। एंड इफ यू आर नॉट इन अग्रीमेंट विद दिस, जे तुसी इन्हां गल्लां नाल सहमत नहीं हो, फिर कल्ली बर्खास्तगी नहीं, सारे PPCC दफ्तर की प्रधान की कल्ली बर्खास्तगी नहीं, पर परचा दर्ज होवे, क्योंकि देश के नक्शे नूं विगाड़न की गल होई है। 15 अगस्त तो साडे फौजी वीरां तो उन्हां दी शहादत नूं अपमानित करन दी गल होई है, और अज तक 7-8 दिन हो गए इहदी किसी तरीके नाल कोई इहदा खंडन नहीं कीता। फिर दूजी गल आ लफ्ज़ सी, आ किहड़ी तरीक है जी? आ 16 अगस्त पाकिस्तान की आज़ादी तो पहला एक बयान, और 16 अगस्त नूं ये ट्वीट आदि अपना बयान होंदा है इमरान खान का, जिन्हों ठोको ताली का उहदे नाल की रिश्ता है वो आप ही कई बारी बयान कर चुके हैं। तालिबान टेक ओवर ब्रेकिंग शैकल्स ऑफ स्लेवरी इन अफगानिस्तान, सेज पाकिस्तान PM इमरान खान। मतलब कि तालिबान के टेक ओवर नूं पाकिस्तान ने सही ठहराया, और जो उत्थे जिस तरीके नाल धीआं भैणां नाल या जिहड़े भज साडे हिंदू वीर सिख वीर उत्थों भज तुरे आउंदे आ, उन्हां दी भावना दा इन्हां नूं फिकर नहीं। गुरुद्वारे साहिबानां तो निशान साहब हटाए जा रहे, उस गल दा फिकर नहीं, मगर अफगानिस्तान दे तालिबान दे राज नूं पाकिस्तान भी सही ठहरा रहा है। और उस तो बाद अगले दिन ही मैनू तो लगता जिवें हॉटलाइन खोल ली है ना हुण तां सीधी, कि मैं हुण प्रधान बन गया, सारिया भावनावां ISI दियां जनरल बाजवे दियां मैं इत्थे व्यक्त कर दिया करांगा। 16 तरीक नूं इमरान खान ने गल आखी जनरल बाजवे दे इशारे ते जिहड़ा नचदा ISI दे चीफ ते अगले दिन ही इन्हां दे PPCC दे हुण एडवाइजर वड्डा कि प्रधान वड्डा, और प्रधान ने अज तक उसका खंडन नहीं किया। वो की कहते हैं, छोटा मूँह वड्डी गल। मैनू महसूस होता है कि अफगानिस्तान विच तालिबान दा सत्ता ते
ਕਾਬਜ਼ ਹੋਣਾ ਦੱਖਣੀ ਏਸ਼ੀਆ ਅੰਦਰ ਅਮਨ ਸ਼ਾਂਤੀ ਸਥਾਪਿਤ ਕਰਨ ਲਈ ਸਹਾਈ ਹੋਵੇਗਾ। ਯਾਰ ਤੂੰ ਪੀਪੀਸੀਸੀ ਦਾ ਮਤਲਬ ਐਡਵਾਈਜ਼ਰ ਤਾਂ ਸਮਝ ਆਉਂਦੀ ਸੀ, ਹੁਣ ਤਾਲਿਬਾਨ ਦਾ ਵੀ ਇਹ ਮਤਲਬ ਦੱਸੂਗਾ ਕਿ ਮਤਲਬ ਸਾਰੀ ਦੁਨੀਆ ਰੌਲਾ ਪਾ ਰਹੀ ਹੈ। ਉਹ ਜਿਹੜੇ ਕੱਲ੍ਹ ਹੀ MP ਸਾਹਿਬ ਆਏ ਆ ਉੱਥੋਂ ਅਫਗਾਨਿਸਤਾਨ ਤੋਂ 380 ਬੰਦੇ, ਉਹ ਰੋ ਰਹੇ ਵਿਚਾਰੇ। ਲੋਕਾਂ ਦਾ ਮਤਲਬ ਐਵਰੀ ਡੇ ਰਿਪੋਰਟਿੰਗ ਹੋ ਰਹੀ ਹੈ ਕਿ ਅਫਗਾਨਿਸਤਾਨ 'ਚ ਕੀ ਹਾਲਾਤ ਬਣ ਗਏ ਆ। ਇਹ ਭਾਈ ਸਾਹਿਬ ਤੇ ਇਮਰਾਨ ਖਾਨ ਤੇ ਜਨਰਲ ਬਾਜਵਾ ਦੀ ਸਭ ਦੀ ਸੋਚ ਇਹ ਹੈ ਕਿ ਬੜਾ ਹੀ ਵਧੀਆ ਕੰਮ ਹੋਇਆ। ਮਤਲਬ ਜਿਹੜਾ ਗਾਨੀ ਸੀ ਉਹ ਤਾਂ ਬੰਦਾ ਮਾੜਾ ਸੀ, ਤਾਲਿਬਾਨ ਨੇ ਆ ਕੇ ਹੁਣ ਰੂਲ ਆਫ ਲਾਅ ਸਥਾਪਿਤ ਕਰਤਾ ਤੇ ਇਸ ਤੋਂ ਵਧੀਆ ਗੱਲ ਨਹੀਂ ਹੋ ਸਕਦੀ। ਕਿਹਦੀ ਭਾਸ਼ਾ? ਔਰ ਜਿਹੜੇ ਆ ਵੇਸ ਦੈਟ ਫੋਟੋਗ੍ਰਾਫ, ਔਰ ਜਿਹੜੇ ਉਹ ਹੁਣ ਲੀਡਰ ਆਏ ਆ ਉੱਥੇ ਆ, ਉਹਦਾ ਲੀਡਰ ਦਾ ਨਾਮ ਹੈ ਮੁੱਲਾ ਅਬਦੁਲ, ਜਿਹੜਾ ਉਹ ਕਹਿੰਦੇ ਨਿਕਲ ਕੇ ਆਇਆ ਕਿ 2-3 ਦਿਨ ਉਹਦੀ ਖਬਰ ਵੀ ਲੱਗਦੀ ਰਹੀ ਕਿ ਉਹ ISI ਦੇ ਕਬਜ਼ੇ 'ਚ ਸੀ। ਹੁਣ ਆ ਕੇ ਉਹ ਅਫਗਾਨਿਸਤਾਨ ਉਤਰ ਗਿਆ, ISI ਉਹਨੂੰ ਭੇਜ ਰਹੀ ਆ। ਸਭ ਨੂੰ ਪਤਾ ਪਾਕਿਸਤਾਨ ਇਸ ਗੱਲ ਦੀ ਕਿੱਡੀ ਜਸ਼ਨ ਮਨਾ ਰਿਹਾ ਕਿ ਅੱਜ ਸਾਡੇ ਦੇਸ਼ ਦਾ, ਭਾਰਤ ਦੇਸ਼ ਦਾ ਉੱਥੇ ਬੋਲਬਾਲਾ ਘਟ ਗਿਆ ਤੇ ਚਾਈਨਾ ਦਾ, ਪਾਕਿਸਤਾਨ ਦਾ, ISI ਦਾ ਬੋਲਬਾਲਾ ਵੱਧ ਗਿਆ। ਤੇ ਉਸ ਬੰਦੇ ਨੇ ਜਿਹਨੂੰ ISI ਦੇ ਕਬਜ਼ੇ 'ਚ ਸੀ ਉਹ ਉੱਥੋਂ ਦਾ ਇੱਕ ਤਰੀਕੇ ਦਾ ਰੂਲਰ ਸਰਕਾਰ ਬਣਾਉਣ ਆਇਆ। ਔਰ ਉਹੀ ਬਿਆਨਬਾਜ਼ੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੀ ਹੋ ਰਹੀ ਹੈ। ਇੱਕ ਪਾਸੇ ਤਾਂ ਕੁਰਬਾਨੀਆਂ ਦੇਣ ਵਾਲੇ ਪਰਿਵਾਰ, ਸਾਡੀ ਆਰਮਡ ਫੋਰਸਿਸ, ਔਰ ਦੂਜੇ ਪਾਸੇ ਨਕਸ਼ੇ ਨੂੰ ਅਪਮਾਨਿਤ ਕਰਨਾ। ਮੈਂ ਇਹਨਾਂ ਸਾਰੀ ਚੀਜ਼ਾਂ ਦੇ ਇਮੀਡੀਏਟ ਕਾਰਵਾਈ ਔਰ ਪਰਚੇ ਦੀ ਮੰਗ ਕਰਦਾ ਦੋਵੇਂ ਸਰਕਾਰਾਂ ਤੋਂ। ਕਪਤਾਨ ਕੋਲੋਂ ਵੀ ਇਕੱਲਾ ਭਾਸ਼ਣ ਦੇ ਨਾਲ ਨਹੀਂ, ਸੈਂਸਿਟਿਵ ਮੁੱਦਾ ਜੇ ਵਾਕਈ ਫੌਜ ਦਾ ਸਤਿਕਾਰ ਕਰਦੇ ਹੋ ਕਪਤਾਨ ਸਾਹਿਬ ਤੁਸੀਂ ਦਿਓ ਪਰਚਾ। ਤੇ ਜੇ ਗਾਂਧੀ ਪਰਿਵਾਰ ਸ਼ਹਾਦਤ ਦੇਣ ਵਾਲੇ ਪਰਿਵਾਰਾਂ ਦਾ ਸਤਿਕਾਰ ਕਰਦੀ ਹੈ, ਫੌਜੀ ਵੀਰਾਂ ਦਾ ਸਤਿਕਾਰ ਕਰਦੀ ਹੈ, ਤੇ ਉਹ ਪਰਚਾ ਦਰਜ ਕਰਾਉਣ, ਨਹੀਂ ਤਾਂ ਇਹਨਾਂ ਦਾ ਅਸਲੀ ਚਿਹਰਾ ਨੰਗਾ ਹੋ ਜਾਣਾ। ਦੂਜੀ ਗੱਲ ਦੇਖੋ, ਜਿਹੜੀ ਗੱਲ ਸਾਰੀ ਦੁਨੀਆ ਕਹਿੰਦੀ ਸੀ ਉਹ ਗੱਲ ਮਾਲੀ ਸਾਹਿਬ ਨੇ ਵੀ, ਅੱਜ ਮੈਂ ਉਹਨਾਂ ਦੀ ਵੇਖ ਰਿਹਾ ਸੀ, ਉਹਨਾਂ ਨੇ ਕੀਤੀ ਤਾਂ, ਮਗਰ ਮੇਰਾ ਇਹ ਸਵਾਲ ਠੋਕੋ ਤਾਲੀ ਨੂੰ ਹੈ। ਯਾਰ ਤੂੰ ਕਿਸ ਕਿਸਮ ਦਾ ਬੰਦਾ ਹੈ? ਬੰਦਿਆਂ 'ਚੋਂ ਤਾਂ ਬੰਦਾ ਹੈ ਹੀ ਨਹੀਂ। ਬੰਦਾ ਕਹਿਣਾ ਵੀ ਮੈਂ ਸਮਝਦਾ ਤੈਨੂੰ ਪਾਪ ਹੀ ਹੋਣਾ, ਕਿਉਂਕਿ ਦੇਖਿਆ ਹੀ ਹੈ ਕਦੇ ਮੋਦੀ ਬਾਰੇ, ਮੋਦੀ ਸਾਹਿਬ ਬਾਰੇ ਕੀ ਕੁਝ ਕਹਿ ਦੇਣਾ, ਕਦੇ ਸੋਨੀਆ ਗਾਂਧੀ ਬਾਰੇ ਕੀ ਕੁਝ ਕਹਿ ਦੇਣਾ। ਮੈਨੂੰ ਕੀ ਲੋੜ ਹੈ ਦੱਸਣ ਨੂੰ ਤੁਹਾਨੂੰ ਕਿ ਕਿਵੇਂ ਕਹਿੰਦਾ ਸੀ ਮੁੰਨੀ ਨਾਲੋਂ ਵੱਧ ਬਦਨਾਮ ਹੈ, ਸ਼ੀਲਾ ਨਾਲੋਂ ਵੱਧ ਨਿਲਾਮ ਹੈ। ਮੈਂ ਨਹੀਂ ਇਹ ਗੱਲਾਂ 'ਤੇ ਸਹਿਮਤ, ਮੈਂ ਇਹ ਗੱਲਾਂ ਨੂੰ ਚੰਗੀਆਂ ਨਹੀਂ ਸਮਝਦਾ। ਨਹੀਂ ਕਹਿਣੀ ਚਾਹੀਦੀਆਂ ਕਿਸੇ ਬਾਰੇ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ। ਮਨਮੋਹਨ ਡਾਕਟਰ ਸਾਹਿਬ ਨੂੰ ਇਹ ਕਹਿ ਦੇਣਾ ਕਿ ਮਨਮੋਹਨ ਸਿੰਘ ਨਾ ਇਹ ਸਰਦਾਰ ਨਾ ਅਸਰਦਾਰ, ਮੈਂ ਇਸ ਗੱਲ ਨਾਲ ਵੀ ਨਹੀਂ ਸਹਿਮਤ। ਜਦੋਂ ਐਡੀ ਵੱਡੀ ਪੋਸਟ 'ਤੇ ਰਹੇ ਆ, ਸਤਿਕਾਰਯੋਗ ਹੈ, ਕ੍ਰਾਸ ਪਾਰਟੀ ਲਾਈਨ ਉਹਨਾਂ ਦਾ ਸਤਿਕਾਰ ਹੈ। ਚਲੋ ਇਹ ਬਹੁਤ ਕੁਝ ਬੋਲੀ ਗਿਆ, ਚੋਰਾਂ ਦੀ ਬਰਾਤ, ਪਿੱਛੇ ਚੋਰ, ਅੱਗੇ ਚੋਰਾਂ ਦਾ ਸ਼ਹਿਨਸ਼ਾਹ, ਪਤਾ ਨਹੀਂ ਕੀ ਕੁਝ ਬੋਲੀ ਗਿਆ। ਮੈਂ ਇਹਦੀ ਕਿਰਦਾਰ ਦੀ ਗੱਲ ਕਰਦਾ, ਸਿੱਧੂ ਦੀ। ਇਹ ਪਹਿਲਾਂ 84 ਦਾ ਇਨਸਾਫ ਮੰਗਦਾ, ਕਹਿੰਦਾ ਮੈਂ 84 ਦਾ ਇਨਸਾਫ ਲੈ ਕੇ ਦੇਣਾ। ਇਹਦੇ 'ਚ ਤਾਂ ਹਿੰਮਤ ਹੈ ਨਹੀਂ, ਇਹਨੂੰ ਪ੍ਰਧਾਨਗੀ ਮਿਲ ਗਈ, ਇਹਦੇ ਤੋਂ ਤਾਂ ਨਹੀਂ ਗੱਲ ਨਿਕਲਦੀ। ਆ ਇਹਦੇ ਮਾਲੀ ਨੇ ਚੜਾਈ ਆ ਪੋਸਟ ਇਹਦੇ। ਮੈਂ ਤਾਂ ਮਾਲੀ ਕੀ ਚੀਜ਼ ਹੈ ਜੀ, ਉਹਦੀ ਪਛਾਣ ਤਾਂ PPCC ਦਾ ਦਫ਼ਤਰ ਹੀ ਹੈ ਨਾ। PPCC ਦੇ ਚੜਾਈ ਆ ਇਹ। ਕਹਿੰਦੇ ਜੀ ਜੂਨ 1989 ਦੀ ਇਹਨਾਂ ਨੇ ਚੜਾਈ ਆ, ਹਰ ਜਾਬਰ ਦੀ ਇਹੀ ਕਹਾਣੀ, ਕਰਨਾ ਜਬਰ ਤੇ ਮੂੰਹ ਦੀ ਖਾਣੀ। ਅੱਗੇ ਕੌਣ? ਇੰਦਰਾ ਗਾਂਧੀ ਦੀ ਫੋਟੋ, ਨਾਲ ਫੜੀ ਬੰਦੂਕ, ਉੱਤੇ ਵੀ ਖੋਪੜੀ ਤੇ ਥੱਲੇ ਵੀ ਖੋਪੜੀਆਂ ਦਾ ਢੇਰ। ਫਿਰ ਮੰਨ ਗਏ ਨਾ ਕਿ 84 ਦੇ ਵਾਸਤੇ ਜ਼ਿੰਮੇਵਾਰ ਕੌਣ ਹੈ? ਗਾਂਧੀ ਪਰਿਵਾਰ। ਔਰ ਜੋ ਗਾਂਧੀ ਪਰਿਵਾਰ ਨੇ ਜੋ ਕੁਝ ਕੀਤਾ ਇਹਨੇ ਤਾਂ ਬਿਆਨ ਕਰਤੀ, ਮਗਰ ਜਿਹੜਾ ਪ੍ਰਧਾਨਗੀ ਦੀ ਪੋਸਟ 'ਚ ਬੈਠਿਆ ਉਹਨੂੰ ਨਾ ਸ਼ਰਮ ਆਈ। ਮੈਂ ਤਾਂ ਅੱਜ ਇਹ ਗੱਲ ਸਪਸ਼ਟ ਕਰਨਾ ਚਾਹੁੰਦਾ, ਕਿਰਦਾਰ ਦੀ ਇਕੱਲੀ ਗੱਲ ਕਰਨਾ ਚਾਹੁੰਦਾ। ਕੁਰਸੀ ਪਿੱਛੇ
ਇਹ ਬੜੀਆਂ ਵੱਡੀਆਂ ਗੱਲਾਂ ਕਰਦਾ, ਮਾਨ ਦੀਆਂ ਇਮਾਨਦਾਰੀਆਂ ਨੇ। ਇਹ ਤਾਂ ਵਿਕ ਜਾਂਦਾ, ਮੈਨੂੰ ਲੱਗਦਾ ਨਿੱਕੀ ਜੀ ਪੂੰਛ ਲੱਗ ਜੇ ਉੱਤੇ ਵਿਕ ਜਾਂਦਾ। ਕਪਤਾਨ ਨਾਲ ਸੌਦਾ ਕਰਦਾ ਹੀ ਸੀ, ਨਹੀਂ ਸਿਰੇ ਚੜਿਆ ਤੇ ਗਾਂਧੀਆਂ ਨਾਲ ਸੌਦਾ ਕਰ ਲਿਆ। ਮਗਰ ਪੰਜਾਬੀਆਂ ਦੀ, ਗੁਰਸਿੱਖਾਂ ਦੀ, ਦੇਸ਼ 'ਚ ਇਨਸਾਫ ਦੀ, ਜੋ ਜੈਨੋਸਾਈਡ ਦੀਆਂ ਗੱਲਾਂ ਦੁਨੀਆ ਭਰ 'ਚ ਹੁੰਦੀਆਂ ਨੇ, ਔਰ ਵੱਡੀਆਂ ਅਦਾਲਤਾਂ ਨੇ ਆਰਗੇਨਾਈਜੇਸ਼ਨ ਨੂੰ ਜਿਸ ਨੂੰ ਕੰਡੈਮ ਕੀਤਾ, ਜੇ ਕੁਰਸੀ ਤੇ ਬਹਿ ਕੇ ਜੇ ਵਾਕਈ ਸੱਚਾ ਸੁੱਚਾ ਬੰਦਾ ਹੈ ਠੋਕੋਤਾਲੀ, ਤੇ ਫਿਰ ਕਵੇ ਇੰਦਰਾ ਗਾਂਧੀ ਨੇ ਜੋ ਕੀਤਾ ਜਾਂ ਰਾਜੀਵ ਗਾਂਧੀ ਨੇ ਕੀਤਾ, ਇਹ ਤੋਂ ਵੱਡਾ ਪਾਪ ਕੋਈ ਨਹੀਂ। ਇਹਨਾਂ ਦੇ ਖਿਲਾਫ ਠੋਕ ਕੇ ਇਹ ਜੇ ਲੋਕਾਂ ਦਾ ਮਤਲਬ ਪਰਿਵਾਰਾਂ ਦਾ ਬਾਈਕਾਟ ਹੋਣਾ ਚਾਹੀਦਾ। ਮਗਰ ਨਹੀਂ ਕਿਹਾ ਜਾਊਗਾ ਕਿਉਂਕਿ ਝੰਡੀ ਚਾਹੀਦੀ। ਮਗਰ ਅੱਜ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਨਾਲ ਹੀ ਅੱਗੇ ਇੱਕ ਹੋਰ ਸੀ ਯਾਰ ਇਹਦੀ ਆ ਅਗਲੀ ਗੱਲ, ਇਹਨਾਂ ਨੇ ਅਗਲਾ ਪਾਇਆ ਕੰਮ ਉਦੋਂ ਨਹੀਂ ਜਿੱਦਣ ਆ ਗੱਲ ਕੀਤੀ ਹੈ ਇਹਨਾਂ ਨੇ। ਦੇਖੋ ਆਜ਼ਾਦੀ ਦਿਵਸ ਇੱਕ ਪਾਸੇ ਇਟਸ ਅ ਨੈਸ਼ਨਲ ਹੌਲੀਡੇ, ਸਾਰੇ ਬੱਚਿਆਂ ਨੂੰ ਛੋਟੇ ਅਸੀਂ ਸਕੂਲਾਂ 'ਚ ਜਦ ਹੁੰਦੇ ਤੁਸੀਂ ਸਾਰੇ ਹੀ ਹੈ, ਸਭ ਨੂੰ ਇਹ ਸਿਖਾਇਆ ਜਾਂਦਾ ਸੀ ਕਿ ਇਸ ਦੇਸ਼ ਦੀ ਇੰਪੋਰਟੈਂਸ ਕੀ ਹੈ, ਇਸ ਦੇਸ਼ ਦਾ ਕੁਰਬਾਨੀ ਭਰਾ ਜਜ਼ਬਾ, ਇਹ ਦਿਨ ਦੀ ਕੀ ਇਹਦੀ ਸਿਗਨੀਫਿਕੈਂਸ ਕੀ ਹੈ। ਇਹਨਾਂ ਨੇ ਇੱਕ ਗੱਲ ਪਾਈ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ ਬਣ ਕੀ ਰਿਹਾ ਇੱਥੇ। ਕਹਿੰਦੇ ਪੰਜਾਬੀਆਂ ਵਿਚਕਾਰ ਖੂਨੀ ਵੰਡ ਦੇ ਦੋ ਫਾੜ ਦੇ ਜਸ਼ਨਾਂ ਨੂੰ ਭਾਰਤ ਦੀ ਆਜ਼ਾਦੀ ਕਿਹਾ ਜਾਂਦਾ ਹੈ। ਪੰਜਾਬੀ ਵਿਚਕਾਰ ਖੂਨੀ ਵੰਡ ਤੇ ਦੋ ਫਾੜ ਦੇ ਜਸ਼ਨਾਂ ਨੂੰ ਭਾਰਤ ਦੀ ਆਜ਼ਾਦੀ ਦਾ ਕਿਹਾ ਜਾਂਦਾ ਹੈ ਤੇ ਹਰ ਸਾਲ ਇਸ ਖੂਨੀ ਵੰਡ ਤੇ ਦੋ ਫਾੜ ਨੂੰ ਹੋਰ ਪੱਕੀ ਕਰਨ ਲਈ ਦੁਸ਼ਮਣੀ ਨਿਭਾਉਣ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ। ਇਹ ਵਿਚਾਰ ਆ ਰਿਹਾ ਕਿ ਜਿਹੜਾ ਇੰਡੀਪੈਂਡੈਂਸ ਡੇ ਹੈ, ਇਹ ਕਹਿੰਦੇ ਜੀ ਦੋ ਫਾੜ ਕਰਕੇ ਖੂਨੀ ਵੰਡ ਨੂੰ ਕਹਿੰਦਾ ਇਹਦਾ ਜਸ਼ਨ ਮਨਾ ਰਹੇ, ਇਹਨੂੰ ਆਜ਼ਾਦੀ ਦਿਵਸ ਨਹੀਂ ਮੰਨਦੇ। ਇਹ PPCC ਦੇ ਦਫ਼ਤਰ ਦਾ ਇਹਨਾਂ ਦਾ ਵਿਊ ਹੈ। ਕਹਿੰਦਾ ਖਤਾ ਲਮੋ ਨੇ ਕੀ ਔਰ ਸਜ਼ਾ ਸदियों ਨੇ ਪਾਈ। ਕਿਸ ਗੱਲ ਦੀਆਂ ਮੁਬਾਰਕਾਂ ਸਵਾਲ ਕਰਦਾ ਆਪਦੇ ਪੜ੍ਹਨ ਦਾ ਸੁਣਨ ਵਾਲਿਆਂ ਨੂੰ। ਆਜ਼ਾਦੀ ਦੀ ਕਿ ਵੰਡ ਦੀ, ਲਾਸ਼ਾਂ ਦੀ, ਬਰਬਾਦੀ ਦੀ, ਤਬਾਹੀ ਦੀ, ਯਤੀਮਾਂ ਦੀ, ਬੇਘਰਿਆਂ ਦੀ ਜਾਂ ਬੇਪੱਤੀਆਂ ਹੋਈਆਂ ਔਰਤਾਂ ਦੀ। ਉਫ, ਮੈਂ ਇਸ ਜਸ਼ਨ ਤੋਂ ਮੁਨਕਰ ਹਾਂ। ਕਹਿੰਦਾ ਮੈਂ ਨਹੀਂ ਇਹ ਸਹਿਮਤ ਇਹਦੇ ਨਾਲ, ਆਜ਼ਾਦੀ ਨਾਲ ਹੀ ਨਹੀਂ ਸਹਿਮਤ। ਇਹ ਤਾਂ PPCC ਦੇ ਪ੍ਰਧਾਨ ਦੇ ਦਫ਼ਤਰ ਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ। ਮੈਨੂੰ ਲੱਗਦਾ ਜਿਵੇਂ ਐਂ ਲੱਗਦਾ ਉਹ ਜਨਰਲ ਬਾਜਵੇ ਨੇ ਕਾਬ ਦਾ ਸਬ ਆਫਿਸ ਆ ਕਿਹੜੇ ਸੈਕਟਰ 'ਚ ਉਹਨਾਂ ਦਾ 15 ਸੈਕਟਰ 'ਚ 15 ਸੈਕਟਰ 'ਚ ਖੋਲਤਾ ਤੇ ਸਾਰੀ ਤਾਲਿਬਾਨ ਦੇ ਫੈਸਲੇ ਕਰਨ ਦੀ ਇਜਾਜ਼ਤ, ISI ਦੇ ਫੈਸਲਿਆਂ ਨੂੰ ਮੋਹਰ ਲਾਉਣ ਦੀ ਇਜਾਜ਼ਤ, ਸਾਡੇ ਫੌਜੀ ਵੀਰਾਂ ਤੇ ਅਟੈਕ ਕਰਨ ਦੀ ਇਜਾਜ਼ਤ ਹੁਣ ਗਾਂਧੀ ਪਰਿਵਾਰ ਨੇ ਤੇ ISI ਨੇ ਇੱਕ ਨੂੰ ਦੇ ਦਿੱਤੀ ਆ। 15 ਸੈਕਟਰ ਤੇ ਬਹਿੰਦੇ ਆ, ਪਤਾ ਨਹੀਂ ਉੱਥੇ ਸੌਣ ਲੱਗੇ ਕਿ ਨਹੀਂ ਸੌਣ ਲੱਗੇ। ਮਗਰ ਕਪਤਾਨ ਸਾਹਿਬ ਨੂੰ ਮੈਂ ਕਹਿ ਦਿਆਂ ਖਤਰਾ ਹੁਣ ਬਾਹਰ ਤੋਂ ਤਾਂ ਛੱਡੋ, ਬਾਹਰ ਵਾਲਿਆਂ ਨੂੰ ਤਾਂ ਸਾਡੇ ਫੌਜੀ ਵੀਰ ਸਿੱਧੇ ਕਰ ਲੈਣਗੇ। ਖਤਰਾ ਤਾਂ 15 ਸੈਕਟਰ 'ਚ ਹੀ ਮੰਡਰਾਉਣ ਲੱਗ ਪਿਆ ਜੋ ਹਾਲਾਤ ਬਣੇ ਪਏ ਆ। ਔਰ ਅਗਲੀ ਗੱਲ ਤਾਂ ਮੈਂ ਦੱਸ ਨਹੀਂ ਸਕਦਾ, ਤੁਹਾਨੂੰ ਇਕੱਲੇ ਨੂੰ ਭੇਜ ਦਿਆਂਗਾ। ਮੈਂ ਬੇਨਤੀ ਕਰੂੰਗਾ ਕਿ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਆਈਆਂ ਉਹ ਤਾਂ ਨਾ ਹੀ ਲਿਓ ਜੀ ਕਾਪੀ। ਇੱਥੇ ਇੱਕ ਕਾਪੀ ਆ, ਇਹਨਾਂ ਦੇ ਕਿੱਡੇ ਵਧੀਆ ਇਹ ਸ਼ਬਦ ਵਰਤਦੇ ਆ, ਕੀ ਸੋਚ ਰੱਖਦੇ ਆ, ਕੀ ਇਹਨਾਂ ਦੀ ਮਤਲਬ ਮੈਨੂੰ ਸ਼ਰਮ ਆਉਂਦੀ ਆ ਪੜ੍ਹਦਿਆਂ ਵੀ। ਆਈ ਐਮ ਨਾਟ ਗੋਇੰਗ ਟੂ ਰੀਡ ਦਿਸ। ਦੇਖੋ ਮੈਂ ਸਮਝਦਾ ਇਹ ਤੋਂ ਘਟੀਆ ਸੋਚ ਸ਼ਾਇਦ ਸਾਡੀ ਧੀਆਂ ਭੈਣਾਂ ਪ੍ਰਤੀ ਕਿਸੇ ਕੋਲੋਂ ਦੇਖੀ ਸੁਣੀ ਨਹੀਂ ਜਾ ਸਕਦੀ, ਤੁਸੀਂ ਪੜ੍ਹੀ ਨਹੀਂ ਹੋਣੀ। ਇਸ ਲਈ ਜਿਹਨੇ ਪੜ੍ਹਨੀ ਹੈ ਆਪ ਇੱਥੇ ਮੈਂ ਕਾਪੀ ਵੰਡ ਦੂੰ ਜੀ। ਆਈ ਕੈਨ ਨਾਟ ਰੀਡ ਦੀਸ ਡੈਰੋਗੇਟਰੀ ਲਵਜ਼। ਮਗਰ ਇਹ ਸਾਰਾ ਕੁਛ ਅੱਜ PPCC ਦੇ ਦਫ਼ਤਰ 'ਚੋਂ ਧੀਆਂ ਭੈਣਾਂ ਪ੍ਰਤੀ, ਸਾਡੇ ਦੇਸ਼ ਪ੍ਰਤੀ, ਸਾਡੇ ਦੇਸ਼ ਦੇ ਨਕਸ਼ੇ ਪ੍ਰਤੀ, ਸਾਡੀ ਕੁਰਬਾਨੀ ਪ੍ਰਤੀ, 15 ਅਗਸਤ ਪ੍ਰਤੀ ਜੋ ਸੋਚ ਆ ਰਹੀ ਹੈ, ਮੈਂ ਉਹਦੇ ਨਾਲ ਸਹਿਮਤ ਨਹੀਂ। ਔਰ ਮੈਂ ਡਿਮਾਂਡ ਕਰਦਾ immediate registration of cases against the PPCC president
ਨਵਜੋਤ ਸਿੱਧੂ ਐਂਡ ਹਿਜ਼ ਐਂਟਾਇਰ ਟੀਮ, ਜਿਨ੍ਹਾਂ ਨੇ ਦੇਸ਼ ਨੂੰ ਅਪਮਾਨਿਤ ਕਰਨ ਦਾ ਕੰਮ ਕੀਤਾ, ਔਰ ਜਨਰਲ ਬਾਜਵਾ ISI ਦੇ ਇਸ਼ਾਰੇ 'ਤੇ ਖੇਡਣ ਦਾ ਕੰਮ ਇੱਥੇ ਸ਼ੁਰੂ ਕੀਤਾ। ਔਰ ਅਫਗਾਨਿਸਤਾਨ ਦੀ ਜੇ ਸਰਕਾਰ ਤਾਲਿਬਾਨ ਨੂੰ ਲੋਕ ਦੁਨੀਆ ਮਾੜਾ ਕਹਿ ਰਹੀ ਆ, ਉਹਨੂੰ ਇਹ ਚੰਗਾ ਕਹਿ ਰਹੇ ਆ। ਮੈਂ ਇਹਨਾਂ ਗੱਲਾਂ ਨਾਲ ਬਿਲਕੁਲ ਸਹਿਮਤ ਹਾਂ, ਔਰ ਮੈਂ ਸੋਨੀਆ ਗਾਂਧੀ, ਰਾਹੁਲ ਗਾਂਧੀ ਦੇ ਸਟੈਂਡ ਨੂੰ ਸਪਸ਼ਟ ਸਟੈਂਡ ਉਹਨਾਂ ਦਾ ਜਾਣਨਾ ਚਾਹੁੰਦਾ ਕਿ ਉਹ ਇਸ ਪਾਸੇ ਖਲੋਤੇ ਆ ਕਿ ISI ਨਾਲ ਖਲੋਤੇ। ਤੁਹਾਡੇ ਕੋਈ ਸਵਾਲ ਜੀ? साहब एक सवाल ये है कि इतने जो एडवाइजर्स की बड़ी फौज नवजोत सिंह सिद्धू साहब रखे जा रहे हैं, किसी और पार्टी की बात करें, अकाली दल पार्टी की बात करें, किसी के प्रेसिडेंट के पास इतने एडवाइजर नहीं है, तो क्या ये आपको क्या लग रहा है कि क्या ये कैप्टन अमरिंदर सिंह को काउंटर करने के लिए रखे जा रहे हैं? क्या सोच हो सकती है इसके पीछे? ਅਸਲ 'ਚ ਨਾ ਕਈ ਚੀਜ਼ਾਂ ਸਾਇਲੈਂਟ ਹੁੰਦੀਆਂ ਨੇ, ਉੱਚੀ ਤੇ ਨਹੀਂ ਬੋਲਦਾ, ਠੋਕੋ ਤਾਲੀ, ਮਗਰ ਉਹ ਤੋਂ ਪਹਿਲਾਂ ਅੰਦਰੋਂ ਕੀ ਬੋਲਦਾ ਇਹ ਨਹੀਂ ਤੁਸੀਂ ਸੁਣਦੇ। ਧਿਆਨ ਨਾਲ ਕੰਨ ਲਾ ਕੇ ਸੁਣਿਆ ਕਰੋ। ਕਹਿੰਦਾ ਅਕਲੋਂ ਖਾਲੀ ਮਗਰ ਠੋਕੋ ਤਾਲੀ। ਆਪ ਅਕਲੋਂ ਪੈਦਲ ਹੈ, ਸਮਝ ਜਿੰਨੀ ਕੁ ਹੈ ਵਰਤਦਾ ਹੈ, ਸਮਝ ਬੇਸਮਝ ਹੈ ਕੀ ਹੈ ਤੁਹਾਡੇ ਸਾਹਮਣੇ ਹੈ। ਮੇਰਾ ਤਾਂ ਅੱਜ ਮੇਨ ਮੁੱਦਾ ਵਾਈ ਇਜ਼ 15 ਅਗਸਤ ਬੀਨ ਚੋਜ਼ਨ, 15 ਅਗਸਤ ਦੇ ਏਡੇ ਪਵਿੱਤਰ ਦਿਨ ਤੇ ਆਹ ਚੀਜ਼ਾਂ ਚੁਣਨੀਆਂ ਔਰ ਇਹ ਜੀ ਸ਼ਬਦਾਵਲੀ ਵਰਤਣੀ ਫਰੋਮ PPCC ਦੇ ਦਫ਼ਤਰ ਤੇ ਮੈਂ ਕਦੇ ਉਹਦੇ ਨਾਲ ਸਹਿਮਤ ਨਹੀਂ ਹੋ ਸਕਦਾ, ਔਰ ਮੈਂ ਇਹਦੇ ਖਿਲਾਫ ਔਰ ਮੈਂ ਰਜਿਸਟ੍ਰੇਸ਼ਨ ਆਫ ਕੇਸ ਦੀ ਮੰਗ ਕਰਦਾ। ਫਿਰ ਦੇਖੋ ਅੱਜ ਤਾਂ ਤੁਹਾਡੇ ਕੋਲ ਆਏ ਆ, ਰੌਲਾ ਪਾਵਾਂਗੇ, ਹਰ ਤਰੀਕੇ ਨਾਲ ਆਪਦੇ ਵਕੀਲਾਂ ਨਾਲ ਸਲਾਹ ਕਰਾਂਗੇ, ਨਹੀਂ ਤਾਂ ਜਾ ਕੇ ਸੋਨੀਆ ਗਾਂਧੀ, ਰਾਹੁਲ ਗਾਂਧੀ ਨੂੰ ਵੀ ਪੁੱਛਾਂਗੇ, ਘਰਾਓ ਵੀ ਕਰਾਂਗੇ ਕਿ ਆਪਣਾ ਤਾਂ ਸਟੈਂਡ ਸਪਸ਼ਟ ਕਰੋ। ਨਹੀਂ ਕਰਦੇ ਕਾਂਗਰਸ ਦਾ ਆਲ ਇੰਡੀਆ ਸਾਰੇ ਦੇਸ਼ 'ਚ ਉਹਨਾਂ ਦਾ ਚਿਹਰਾ ਜ਼ਰੂਰ ਨੰਗਾ ਕਰ ਦਿਆਂਗੇ। ਮਜੀਠੀਆ ਸਾਹਿਬ, ਜਿਸ ਤਰ੍ਹਾਂ ਕਾਂਗਰਸ ਪਾਰਟੀ ਦਾ ਇੰਟਰਨੈਸ਼ਨਲ ਸਟੈਂਡ ਹੈਗਾ, ਚਾਹੇ ਉਹ ਪਾਕਿਸਤਾਨ ਬਾਰੇ ਹੈਗਾ, ਚਾਹੇ ਕਸ਼ਮੀਰ ਬਾਰੇ ਹੈਗਾ, ਤੇ ਤੁਸੀਂ ਕੀ ਮੰਨਦੇ ਹੋ ਕਿ ਪੰਜਾਬ ਦਾ ਸਟੈਂਡ ਅਲੱਗ ਤੇ ਨੈਸ਼ਨਲ? ਨਹੀਂ, ਮੈਂ ਨਹੀਂ ਮੰਨਦਾ ਜੀ ਅੱਡ। ਮੈਂ ਤਾਂ ਇਹ ਸਟੈਂਡ ਮੰਨਦਾ ਜੋ ਮੈਂ ਗੱਲਾਂ ਕੀਤੀਆਂ ਨੇ ਤਾਲਿਬਾਨ ਬਾਰੇ, ਜੋ ਸਟੈਂਡ ਹੈ, ਜੋ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸਟੈਂਡ ਲੈ ਰਿਹਾ, ਜਾਂ ਉਹ ਅੱਜ 8-10 ਦਿਨ ਹੋ ਗਏ ਕੋਈ ਉਹ 'ਤੇ ਟਿੱਪਣੀ ਨਹੀਂ, ਤਾਂ ਮੈਂ ਤਾਂ ਉਹ ਸਟੈਂਡ ਸਪਸ਼ਟ ਮੰਨੂਗਾ, ਕਿਉਂਕਿ ਇੱਥੇ ਕਾਂਗਰਸ ਪਾਰਟੀ ਨੂੰ ਉਹ ਲੀਡ ਕਰ ਰਹੇ। ਇਹਦਾ ਮਤਲਬ ਵੀ ਗਾਂਧੀ ਪਰਿਵਾਰ ਦੇ ਇਸ਼ਾਰੇ 100% ਮੈਂ ਤਾਂ ਕਹਿ ਰਿਹਾ ਗਾਂਧੀ ਪਰਿਵਾਰ ਦਾ ਇਸ਼ਾਰਾ, ਨਹੀਂ ਤਾਂ ਬਰਖਾਸਤ ਕਰਨ ਸਾਰੀ ਟੀਮ ਨੂੰ, ਉਹ ਪਰਚੇ ਦੀ ਦਰਜ ਕਰਾਉਣ। ਜੇ ਉਹ ਦੋਵੇਂ ਕੰਮ ਨਹੀਂ ਕਰਦੇ ਫਿਰ ਗਾਂਧੀ ਪਰਿਵਾਰ ਹੀ ਹੈ ਪਿੱਛੇ, ਕਿਉਂਕਿ ਲਾਇਆ ਤਾਂ ਉਹਨਾਂ ਨਹੀਂ ਹੈ। ਤੁਹਾਨੂੰ ਨਾ ਮੈਂ ਦੇ ਦੇਣਾ ਫੇਸਬੁੱਕ, ਨਾ ਹੀ ਪੜਿਓ ਤੇ ਚੰਗੇ ਰਹੋਗੇ, ਨਹੀਂ ਤਾਂ ਕੰਨ ਵੀ ਡੈਮੇਜ ਹੋਣਗੇ ਤੇ ਅੱਖਾਂ ਤੇ ਵੀ ਅਸਰ ਜਾਊ। ਉਹ ਭਾਜੀ ਕੀਤਾ ਅੱਜ ਹੋਵੇ, ਕੱਲ ਹੋਵੇ, ਪਰਸੋਂ ਹੋਵੇ, ਮਾਨਸਿਕਤਾ ਦੀ ਗੱਲ ਹੈ ਕਿ ਤੁਸੀਂ ਮਤਲਬ ਕਿ ਆਈ ਡੋਂਟ ਥਿੰਕ ਇਹ ਕੋਈ ਨਹੀਂ, ਵਿਦ ਆਲ ਡਿਊ ਭਰਤਵਾਜ ਬਸ ਨਹੀਂ ਭਰਤਵਾਜ ਸਾਹਿਬ, ਵਿਦ ਆਲ ਡਿਊ ਰਿਸਪੈਕਟ, ਵੈਦਰ ਯੂ ਆਰ 10 years old or you are 80 years old, ਰਿਸਪੈਕਟ, ਧੀਆਂ ਭੈਣਾਂ ਦਾ ਸਤਿਕਾਰ, ਤਾਂ ਮੈਂ ਸਮਝਦਾ ਸਟੈਂਡ ਸ਼ੁੱਡ ਬੀ ਕਲੀਅਰ। ਹਾਂਜੀ ਯਾਰ ਮੈਂ ਉਹਨਾਂ ਦੀ ਉਹ ਆਪ ਹੀ ਦੱਸੀ ਜਾਂਦੇ ਆ। ਇਹਦੇ 'ਚ ਇੱਕ ਜਗ੍ਹਾ 'ਚ ਉਹਨਾਂ ਨੇ ਆਪਦੇ ਆਪ ਨੂੰ ਕਈ ਜਗ੍ਹਾ 'ਤੇ ਮਲਵਿੰਦਰ ਮਾਲੀ ਅੱਗੇ ਲਿਖਿਆ ਹੀ ਹੈ, ਔਰ ਕਈ ਜਗ੍ਹਾ 'ਚ ਉਹਨਾਂ ਨੇ ਆਪਦੇ ਆਪ ਨੂੰ ਕੇ ਪ੍ਰੀਤ ਗਰੇਵਾਲ ਕਰਕੇ ਇੱਕ ਸਾਈਟ ਹੋਰ 'ਚ ਆ ਰਹੇ ਅੰਦਰ ਕਹਿ ਰਹੇ ਆ। ਮੈਂ ਪੜ੍ਹ ਹੀ ਦਿੰਦਾ, ਉਹਨਾਂ ਕੁ ਲਫ਼ਜ਼ ਹੀ ਪੜ੍ਹ ਦਿੰਦਾ ਜਿੱਥੇ ਉਹ ਕਹਿੰਦੇ ਆ, ਹਾਂ, ਕਿ ਮੈਂ ਕਿੰਨੀ ਵਾਰੀ ਦੱਸਦਾ ਕਿ ਮੈਂ ਮਾਲਵਿੰਦਰ ਮਾਲੀ ਹਾਂ, ਉੱਤੇ ਕੇ ਆਪ ਹੀ ਬੋਲ ਰਹੇ ਆ। ਮੈਂ ਪੜ੍ਹ ਹੀ ਦਿੰਦਾ, ਇਹ ਸ਼ਰਨਜੀਤ ਕੌਰ ਨੂੰ ਜਵਾਬ ਦੇ ਰਿਹਾ ਕੇ ਪ੍ਰੀਤ ਗਰੇਵਾਲ, ਮੈਂ ਮਾਲਵਿੰਦਰ ਸਿੰਘ ਮਾਲੀ ਬੋਲ ਰਿਹਾ ਹਾਂ। ਅਗਲੀ ਨਾ ਪੜਿਓ ਅੱਗੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਨਸੀਹਤ ਵੀ ਦਿੱਤੀ ਸੀ ਕਿ ਸਲਾਹ ਤੱਕ ਹੀ ਸੀਮਤ ਰਹਿਣ, ਪਰ ਉਹਨਾਂ ਦੀ ਸਲਾਹ ਤੋਂ ਤੁਰੰਤ ਬਾਅਦ ਕੱਲ ਵੀ ਇੱਕ ਪੁਰਾਣੀ ਪੋਸਟ ਸ਼ੇਅਰ ਕੀਤੀ ਹੈ, ਤੜਕੇ ਫਿਰ ਐਕਸੀਡੈਂਟ। ਉਹ ਚਲੋ ਸ਼ੁਕਰ ਹੈ ਕਪਤਾਨ ਸਾਹਿਬ ਨੂੰ ਚੇਤੇ ਤਾਂ ਆਇਆ, ਕੱਲ 22 ਤਰੀਕ ਨੂੰ ਨਸੀਹਤ ਦੇਣ ਦਾ। ਮੈਂ ਤਾਂ 15 ਨੂੰ ਇਸ਼ੂ ਗਿਆ ਸੀ, ਉਦਣ ਦਾ ਮੈਂ ਲਈ ਫਿਰਦਾ ਕਿ ਇਹ ਹੋ ਕੀ ਰਿਹਾ, ਔਰ ਉਹੀ ਭਾਵਨਾ ਉਹਨਾਂ ਦੇ PPCC ਦੇ ਜਿਹੜਾ ਪ੍ਰੋਗਰਾਮ ਸੀ ਉਹ ਵੀ ਵੇਖਣ ਨੂੰ ਮਿਲੀ ਕਿ ਸਾਰਿਆਂ ਨੇ ਵੇਖਿਆ ਉੱਥੇ ਕੀ ਕੰਮ ਕੀਤਾ। ਦਿਨ 15 ਅਗਸਤ ਤੁਸੀਂ ਯਾਰ ਆਪਦੇ ਵਿਰੋਧੀਆਂ ਨੂੰ ਗਾਲਾਂ ਕੱਢਣੀਆਂ ਨੇ, ਤੁਹਾਡਾ TRP ਤੁਹਾਨੂੰ ਇਹਦੇ ਨਾਲ ਤੁਹਾਨੂੰ ਲੱਗਦਾ ਬਹੁਤ ਵਾਧਾ, ਕੱਢ ਲਓ, ਉਹ ਨਹੀਂ ਕੋਈ ਰੌਲਾ। 15 ਅਗਸਤ ਔਰ ਉਸ ਦਿਨ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਤੁਹਾਡੇ ਬੰਦੇ ਦੀ ਸ਼ਬਦਾਵਲੀ, ਮੈਂ ਬਾਰ-ਬਾਰ ਕਹਿ ਰਿਹਾ
ਇਹ ਪੀਪੀਸੀਸੀ ਦਾ ਦਫ਼ਤਰ ਨਹੀਂ ਹੈ, ਆਈਐਸਆਈ ਦਾ ਸਬ ਆਫਿਸ ਬਣ ਗਿਆ ਅੱਜ ਦੀ ਡੇਟ 'ਚ। ਤਾਂ ਇਹਦਾ ਮਤਲਬ ਮਜੀਠੀਆ ਸਾਹਿਬ ਜਿਹੜੇ ਫੌਜੀਆਂ ਦੀਆਂ ਸ਼ਹੀਦੀਆਂ ਹੋ ਰਹੀਆਂ ਨੇ ਉਹਨਾਂ ਦਾ ਫਿਰ ਕੋਈ ਮੁੱਲ ਨਹੀਂ ਹੈਗਾ। 100% ਜੇ ਉਹਦਾ ਮੁੱਲ ਹੋਵੇ ਤੇ ਕੋਈ ਇਹਨਾਂ ਨੂੰ ਆਪ ਕਵੇ ਪ੍ਰਧਾਨ ਕੀ ਤੇ ਪਰਚਾ ਦਿਓ। ਜਦ ਪ੍ਰਧਾਨ ਚੁੱਪ, ਸੋਨੀਆ ਗਾਂਧੀ ਦੀ ਕੋਈ ਟਿੱਪਣੀ ਨਹੀਂ, ਨਾ ਬਰਖਾਸਤਗੀ ਦੀ ਨਾ ਪਰਚੇ ਦੀ, ਤੇ ਇਟ ਇਜ਼ ਵੈਰੀ ਕਲੀਅਰ ਕਿ ਇਹ ਸਾਰੇ ਰਲੇ ਮਿਲੇ ਆ ਇਸ ਕੰਮ 'ਚ। ਅੱਜ 8ਵਾਂ 9ਵਾਂ ਦਿਨ ਚੜ ਗਿਆ ਔਰ ਨਵੇਂ ਤੋਂ ਨਵੀਂ ਗੱਲ ਦੇਖੋ ਕੀ ਉਹ ਟਿੱਪਣੀ ਕਪਤਾਨ ਸਾਹਿਬ ਬਾਰੇ ਕਰਦੇ ਆ, ਕਪਤਾਨ ਸਾਹਿਬ ਉਹਨਾਂ ਬਾਰੇ ਕਰਦੇ ਆ, ਦੈਟ ਇਜ਼ देयर ਇੰਟਰਨਲ ਮੈਟਰ, ਨਨ ਆਫ ਮਾਈ ਕੰਸਰਨ। ਮਗਰ ਜਿੱਥੇ ਦੇਸ਼ ਦੇ ਨਕਸ਼ੇ ਦੀ ਗੱਲ ਆ ਜੇ, ਜਿੱਥੇ ਕਸ਼ਮੀਰ ਦੀ ਗੱਲ ਆ ਜੇ, ਜਿੱਥੇ ਦੇਸ਼ ਦੀ ਕੁਰਬਾਨੀ ਦੀ ਗੱਲ ਆ ਜੇ, ਜਿੱਥੇ ਆਜ਼ਾਦੀ ਦਿਵਸ ਦੀ ਗੱਲ ਆ ਜੇ, ਉੱਥੇ ਫਿਰ ਕੰਪਰੋਮਾਈਜ਼ ਕਿਸੇ ਦਾ ਵੀ ਨਹੀਂ ਹੋ ਸਕਦਾ ਇਹੋ ਜਿਹੇ ਲੋਕਾਂ ਨੂੰ। ਓਏ ਜੀ ਇਹ ਤਾਂ ਤੁਹਾਡਾ ਢਿੱਡ ਪੂਰਾ ਕਰਨ ਨੂੰ ਕਹੀ ਜਾਂਦੇ ਤਲਬ, ਅੰਦਰ ਤਾਂ ਕੀ ਪਤਾ ਕਹਿੰਦਾ ਹੋਊਗਾ ਚੱਕ ਤੇ ਫੱਟੇ। ਤੇ ਹਾਊ ਡੂ ਯੂ ਨੋ? No, I am definitely going. There is. I don't think there's a more sensitive issue than this. How can you disregard the sacrifices of our armed forces and the great sacrifices of all our freedom fighters? You cannot make these statements. The Congress president of Punjab and his office has started behaving like General Bajwa's ISI's sub-office here. How can I be a mute spectator to this? And I raised this issue on 15th of August itself. Because I personally feel that they are talking about Afghanistan and they are congratulating the Taliban takeover. They are saying that it is the best thing that has happened, and that's what Imran Khan is saying or General Bajwa is saying, and that is what the PPC office is saying. And then one day before they start saying that Kashmir has actually been annexed by us. It's a forceful takeover. And then they have said also shown disrespect to the tricolour as well as to the Indian map by saying that the half of Kashmir doesn't belong to us. How can the PPC president or his office or the Congress party own up to all this? Let them do it. If they do it, the people will know their true faces. Or I ask for immediate registration of a case against the PPCC president Punjab and his entire team. They cannot play with the people's emotions in this manner. Ministers also, they are not uttering a single word on this issue. They are more concerned about their ministries and ensuring they get a ticket from the PPCC. They are not concerned. It's sad. Calling right a right and a wrong won't make their stature come down. And if they cannot stand up for their armed forces or people who sacrifice their lives for this country, what else are they going to stand up for? ਮਜੀਠੀਆ ਸਾਹਿਬ ਜਿਹੜਾ 15 ਸੈਕਟਰ ਦੀ ਗੱਲ ਕਰ ਰਹੇ ਹੋ ਆਫਿਸ ਦੇ ਵਿੱਚ ਜਿਹੜਾ ਐਡਵਾਈਜ਼ਰ ਨੇ ਚੰਡੀਗੜ੍ਹ ਪੁਲਿਸ ਦਾ ਵੱਲੋਂ ਬੰਦਾ ਕੋਈ ਇਸ ਤਰ੍ਹਾਂ ਫਾਰਮਲ ਕੰਪਲੇਂਟ ਉਹਨਾਂ ਨੂੰ ਆਪਾਂ ਕਰਦੇ ਮੈਂ ਤਾਂ ਭਰਾ ਅੱਜ ਤੁਹਾਡੇ ਕੋਲ ਗੱਲ ਕੀਤੀ ਹੈ, ਅਸੀਂ ਜ਼ਰੂਰ ਆਪਦੇ ਵਕੀਲਾਂ ਨਾਲ ਸਲਾਹ ਕਰਕੇ ਉਹ ਵੀ ਦਵਾਂਗੇ। ਇਹ ਜਿਹੜੀ ਸਪੀਡ ਨਾਲ ਲੱਗੇ ਆ, ਇਹ ਕਿਤੇ ਪਾਕਿਸਤਾਨ ਦਾ ਝੰਡਾ ਹੀ ਨਾ ਲਹਿਰਾ ਦੇਣ ਉੱਥੇ ਦਫ਼ਤਰ ਤੇ ਜਿਹੜੇ ਕੰਮ ਤੇ ਲੱਗਵੇ। ਕੱਲ ਉੱਥੋਂ ਬਾਜਵੇ ਦਾ ਫੋਨ ਆ ਜੇ, ਇਹਦਾ ਕੀ ਪਤਾ ਠੋਕੋ ਤਾਲੀ ਦਾ? ਇਹਦਾ ਭਰੋਸਾ ਕਿਸੇ ਗੱਲ ਦਾ? ਜਿਹੜਾ ਰਾਤ ਕਦੇ ਭਾਪੇ ਬਦਲ ਸਕਦਾ ਤਾਂ ਉਹਨੂੰ ਕਿੰਨਾ ਜ਼ੋਰ ਲੱਗਣਾ ਇਹ ਜਿਹਾ ਕੰਮ ਕਰਦੇ ਨੂੰ? साहब क्या लगता है कि क्या मजबूरी हो सकती है अगर कोई एडवाइजर ये बातें कह रहा है खुलकर? अब तक लगता क्या यार, आप इतने समझदार हो, मेरा यार इमरान खान, और क्या लगता है? ਮਜੀਠੀਆ ਸਾਹਿਬ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੀਜੇਪੀ ਦੇ ਜਿਹੜੇ ਆਗੂ ਆ ਰਹੇ ਨੇ ਉਹਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੋਂ ਰਾਘਵ ਚੱਡਾ ਨੇ ਟਿੱਪਣੀ ਕੀਤੀ ਹੈ ਕਿ ਅਕਾਲੀ ਦਲ ਨੂੰ ਵੋਟ ਪਾਉਣਾ ਮਤਲਬ ਬੀਜੇਪੀ ਨੂੰ ਵੋਟ ਪਾਉਣਾ। ਹਾਜਮੋਲਾ ਖਾ ਲਵੇ, ਉਹਦੇ ਢਿੱਡ ਪੀੜ ਹੋ ਰਹੀ ਹੈ ਭਰਾ, ਦਰਦ ਦਾ ਇਲਾਜ ਆ ਮਰੇ ਧਾਰਾ ਜਹਾਜ਼ ਮੋਲਾ। ਜਦੋਂ ਤਾਂ ਉਹ ਗੱਲ ਕਰਦੇ ਸੀ ਉਦੋਂ ਠੀਕ ਹੈ, ਜੇ ਉਹਨਾਂ ਨਾਲ ਨਾ ਕੋਈ ਆਇਆ ਤੇ ਸਾਡੇ ਕੋਲ ਆ ਗਿਆ ਤੇ ਨੁਕਸ ਪੈ ਗਿਆ ਉਹਦੇ 'ਚ। ਉਹਨੇ ਕਿਸਾਨੀ ਮੁੱਦੇ ਨੂੰ ਮੁੱਖ ਰੱਖਦਿਆਂ ਆਪ ਦਾ ਭਾਜਪਾ ਦੇ ਅੰਦਰ ਵਿਰੋਧ ਕੀਤਾ, ਉਹਨੂੰ ਭਾਜਪਾ ਨੇ ਕੱਢਤਾ। ਹੁਣ ਉਹਦੀ ਗੱਲ ਤੁਹਾਡੇ ਕੋਲ ਉਹਨੂੰ ਨਹੀਂ ਭਰੋਸਾ ਹੋਇਆ ਤੁਹਾਡੇ ਤੇ, ਤੁਹਾਡੇ ਲੀਡਰ ਤੇ, ਉਹ ਸਾਡੇ ਕੋਲ ਆ ਗਿਆ ਤੇ ਢਿੱਡ ਪੀੜ ਇਹਨਾਂ ਦਾ।
ਤੇ ਫਿਰ ਮੇਰਾ ਵੀ ਉਹਨੂੰ ਤਾਂ ਹੁਕਮਾਂਗਾ ਹਾਜਮੋਲਾ ਦੇ ਪੱਤੇ ਭੇਜ ਦਿਆਂਗੇ। ਮਿਨਿਸਟਰਸ ਨੇ ਉਹਨਾਂ ਦਾ ਕਾਂਗਰਸ ਭਵਨ 'ਚ ਬੈਠਣਾ ਠੀਕ ਹੈ? ਅੱਜ ਤੋਂ ਜਿਹੜੀਆਂ ਡਿਊਟੀਆਂ ਲਗਾਈਆਂ ਗਈਆਂ, ਰੋਸਟਰ ਬਣਾਇਆ ਹੁਣ ਬਾਲਾ ਕਸ਼ਟ ਦੀ ਤਾਂ ਵੈਸੇ ਲੋਟ ਨਹੀਂ, 4.5 ਸਾਲ ਤਾਂ ਬੈਠੇ ਨਹੀਂ, 2 ਮਹੀਨੇ ਬੈਠੇ ਨਾ ਕਾ ਬਣਨਾ ਨਹੀਂ, 2 ਮਹੀਨੇ ਵੀ ਖੜ ਜਾਂਦੇ, ਮੁੜ ਕੇ ਤਾਂ ਇਹ ਬੈਠਣ ਜੋਗੇ ਨਹੀਂ ਹੋਣੇ, ਲੋਕਾਂ ਨੇ ਲੰਮੇ ਪਾਏ ਹੋਣੇ। ਥੈਂਕ ਯੂ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।